ਸਟੂਡੈਂਟਸ ਨਮਸਕਾਰ। ਅੱਜ ਅਸੀਂ ਨਵਾਂ ਟੌਪਿਕ ਕਰਾਂਗੇ ਐਸੈਟਸ। ਐਸੈਟ ਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਸੰਪਤੀਆਂ, ਜਾਇਦਾਦ। ਤਾਂ ਐਸੈਟਸ ਆਰ ਦੀ ਪ੍ਰੋਪਰਟੀਜ਼ ਓਨਡ ਬਾਈ ਬਿਜ਼ਨਸ। ਦੇ ਆਰ ਦੀ ਇਕਨੋਮਿਕ ਰਿਸੋਰਸਿਸ of the business. In other words, anything which enable the firm to get cash or an economic benefit in the future is an assets. ਬਿਜ਼ਨਸ ਦੇ ਵਿੱਚ ਕੋਈ ਵੀ ਪ੍ਰੋਪਰਟੀ ਖਰੀਦੀ ਜਾਂਦੀ ਹੈ ਔਰ ਜਿਸ ਦੀ ਕੋਈ ਨਾ ਕੋਈ ਵੈਲਿਊ ਹੈ ਉਸ ਨੂੰ ਅਸੀਂ ਐਸਟ ਕਹਿੰਦੇ ਹਾਂ। ਸਪੋਜ਼ ਅਸੀਂ ਇੱਕ ਬਿਜ਼ਨਸ ਸ਼ੁਰੂ ਕੀਤਾ। ਬਿਜ਼ਨਸ ਸ਼ੁਰੂ ਕਰਨ ਦੇ ਲਈ ਅਸੀਂ ਲੈਂਡ ਖਰੀਦੀ। ਲੈਂਡ ਖਰੀਦਣ ਤੋਂ ਬਾਅਦ ਫਿਰ ਬਿਲਡਿੰਗ ਬਣਾਈ। ਬਿਲਡਿੰਗ ਬਣਾਉਣ ਤੋਂ ਬਾਅਦ ਫਿਰ ਅਸੀਂ ਬਿਜ਼ਨਸ ਨੂੰ ਚਲਾਉਣ ਲਈ ਮਸ਼ੀਨਰੀ ਲਿਆਂਦੀ। ਤਾਂ ਇਹ ਸਾਰੇ ਸਾਡੇ ਕੀ ਨੇ ਸਟੂਡੈਂਟਸ? ਐਸੈਟਸ ਨੇ। ਯਾਨੀ ਕਿ ਅਸੀਂ ਕੋਈ ਵੀ ਪ੍ਰੋਪਰਟੀ ਖਰੀਦਦੇ ਹਾਂ ਔਰ ਉਸ ਦੀ ਜਿਹੜੀ ਵੈਲਿਊ ਹੈ ਕਿਹਦੇ ਵਿੱਚ, ਕੈਸ਼ ਵਿੱਚ, ਜਾਂ ਫਿਰ ਐਨ ਇਕਨੋਮਿਕ ਬੈਨੀਫਿਟ ਇਨ ਦੀ ਫਿਊਚਰ, ਉਸ ਦਾ ਕੋਈ ਆਰਥਿਕ ਬੈਨੀਫਿਟ ਹੈ ਫਿਊਚਰ ਦੇ ਵਿੱਚ, ਉਸ ਨੂੰ ਅਸੀਂ ਐਸਟ ਦੇ ਨਾਮ ਨਾਲ ਜਾਣਦੇ ਹਾਂ। ਸਟੂਡੈਂਟਸ ਇਸ ਨੂੰ ਡਿਫਾਈਨਡ ਕੀਤਾ ਗਿਆ ਹੈ ਆਥਰਸ ਦੇ ਰਾਹੀਂ। ਐਸਟਸ ਆਰ ਵੈਲਿਊਏਬਲ ਰਿਸੋਰਸਿਸ ਓਨਡ ਬਾਈ ਏ ਬਿਜ਼ਨਸ ਵਿਚ ਆਰ ਐਕਵਾਇਰਡ ਐਟ ਏ ਮੈਜ਼ਰੇਬਲ ਮਨੀ ਕੋਸਟ, ਜਿਨ੍ਹਾਂ ਨੂੰ ਕਿਸੇ ਮਨੀ ਦੇ ਵਿੱਚ ਮਾਪਿਆ ਜਾ ਸਕਦਾ ਹੈ, ਜਿਨ੍ਹਾਂ ਦੀ ਕੋਈ ਨਾ ਕੋਈ ਕੋਸਟ ਹੁੰਦੀ ਹੈ। ਅਸੀਂ ਉਸ ਨੂੰ ਕੀ ਕਹਿੰਦੇ ਹਾਂ? ਸੰਪਤੀਆਂ ਦੇ ਨਾਮ ਨਾਲ ਜਾਣਦੇ ਹਾਂ। ਇਸ ਤੋਂ ਅੱਗੇ ਅਸੀਂ ਟਾਈਪਸ ਆਫ ਐਸਟ ਦੀਆਂ ਕਿਸਮਾਂ ਨੂੰ ਕਰਾਂਗੇ। ਐਸਟਸ ਦੇ ਵਿੱਚ ਸਭ ਤੋਂ ਪਹਿਲਾ ਹੈ ਜੀ ਸਾਡੇ ਕੋਲ ਨੌਨ ਕਰੰਟ ਐਸਟਸ। ਦੋਜ਼ ਐਸਟਸ ਵਿਚ ਆਰ ਹੈਲਡ ਫਾਰ continued use in the business for the purpose of producing goods or services and are not meant for sale। ਉਹ ਵਾਲੇ ਐਸਟਸ ਜਿਨ੍ਹਾਂ ਨੂੰ ਅਸੀਂ ਲਗਾਤਾਰ ਵਰਤੋਂ ਵਿੱਚ ਲਿਆ ਕੇ ਅਸੀਂ ਕੀ ਪ੍ਰੋਡਿਊਸ ਕਰਦੇ ਹਾਂ? ਗੁੱਡਸ ਜਾਂ ਸਰਵਿਸਿਸ, ਔਰ ਅਸੀਂ ਇਹਨਾਂ ਨੂੰ ਦੁਬਾਰਾ ਸੇਲ ਕਰਨ ਲਈ, ਰੀਸੇਲ ਕਰਨ ਲਈ ਖਰੀਦਦੇ ਨਹੀਂ। ਐਗਜ਼ਾਮਪਲ ਆਫ ਨੌਨ ਕਰੰਟ ਐਸਟਸ ਆਰ ਫਿਕਸ ਐਸਟਸ ਐਂਡ ਨੌਨ ਕਰੰਟ ਇਨਵੈਸਟਮੈਂਟਸ। ਇਹਦੀਆਂ ਕੀ ਕੀ ਐਗਜ਼ਾਮਪਲ ਨੇ? ਫਿਕਸ ਐਸਟਸ ਐਂਡ ਨੌਨ ਕਰੰਟ ਇਨਵੈਸਟਮੈਂਟ। ਹੁਣ ਸਟੂਡੈਂਟਸ ਸਾਡੇ ਕੋਲ ਵਰਡ ਆਇਆ ਫਿਕਸ ਐਸਟ। ਹੁਣ ਨੌਨ ਕਰੰਟ ਦੇ ਵਿੱਚ ਫਿਕਸ ਐਸਟ ਆ ਗਿਆ। ਫਿਕਸ ਐਸਟਸ ਕੀ ਹੁੰਦੇ ਨੇ? ਪਹਿਲਾਂ ਅਸੀਂ ਇਸ ਨੂੰ ਡਿਫਾਈਨ ਕਰਦੇ ਹਾਂ। ਫਿਕਸ ਐਸਟਸ ਆਰ ਦੋਜ਼ ਨੌਨ ਕਰੰਟ ਐਸਟਸ, ਯਾਨੀ ਕਿ ਫਿਕਸ ਐਸਟ ਨੂੰ ਪੰਜਾਬੀ 'ਚ ਕਹਿੰਦੇ ਹਾਂ ਸਥਿਰ ਸੰਪਤੀਆਂ। ਸਥਿਰ ਸੰਪਤੀਆਂ ਨੌਨ ਕਰੰਟ ਐਸਟਸ ਦਾ ਇੱਕ ਹਿੱਸਾ ਹਨ, ਜਿਨ੍ਹਾਂ ਨੂੰ ਵਿਚ ਆਰ ਹੈਲਡ ਨਾਟ ਟੂ ਰੀਸੈਲ, ਜਿਨ੍ਹਾਂ ਨੂੰ ਅਸੀਂ ਦੁਬਾਰਾ ਸੇਲ ਕਰਨ ਲਈ ਨਹੀਂ ਰੱਖਦੇ, ਬਟ ਵਿਦ ਦੀ ਪਰਪਜ਼ ਟੂ ਇਨਕਰੀਜ਼ ਇਟਸ ਅਰਨਿੰਗ ਕਪੈਸਿਟੀ, ਜਿਨ੍ਹਾਂ ਨੂੰ ਅਸੀਂ ਅਰਨਿੰਗ ਕਪੈਸਿਟੀ ਵਧਾਉਣ ਦੇ ਲਈ ਵਰਤਦੇ ਹਾਂ ਜਾਂ ਵਰਤੋਂ ਵਿੱਚ ਲਿਆਉਂਦੇ ਹਾਂ। ਫਿਕਸ ਐਸਟਸ ਦੀਆਂ ਸਾਡੇ ਕੋਲ ਕਿਹੜੀਆਂ ਕਿਹੜੀਆਂ ਟਾਈਪਸ ਨੇ? ਅੱਗੇ ਸਭ ਤੋਂ ਪਹਿਲਾ ਹੈ ਟੈਂਜੀਬਲ ਐਸਟਸ। ਟੈਂਜੀਬਲ ਐਸਟਸ ਆਰ ਦੋਜ਼ ਐਸਟਸ ਵਿਚ ਕੈਨ ਬੀ ਸੀਨ ਐਂਡ ਟੱਚਡ। ਸਟੂਡੈਂਟਸ ਫਿਕਸ ਐਸਟ ਨੂੰ ਅੱਗੇ ਅਸੀਂ ਦੋ ਪਾਰਟ ਵਿੱਚ ਵੰਡਦੇ ਹਾਂ। ਨੰਬਰ 1 ਆਉਂਦਾ ਹੈ ਟੈਂਜੀਬਲ ਐਸਟ। ਟੈਂਜੀਬਲ ਐਸਟਸ ਉਹ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਸੀਨ ਵੀ ਕਰ ਸਕਦੇ ਹਾਂ ਔਰ ਉਹਨਾਂ ਨੂੰ ਅਸੀਂ ਟੱਚ ਵੀ ਕਰ ਸਕਦੇ ਹਾਂ, ਜਾਂ ਦੂਸਰੇ ਸ਼ਬਦਾਂ ਵਿੱਚ ਇਹ ਕਹਿ ਲਈਏ ਕਿ ਜਿਨ੍ਹਾਂ ਦੀ ਫਿਜ਼ੀਕਲ ਐਗਜ਼ਿਸਟੈਂਸ ਹੁੰਦੀ ਹੈ, ਸੱਚ ਐਜ਼ ਲੈਂਡ, ਬਿਲਡਿੰਗ, ਪਲਾਂਟ ਐਂਡ ਮਸ਼ੀਨਰੀ, ਕੰਪਿਊਟਰ, ਫਰਨੀਚਰ ਐਟਸੈਕਟਰਾ। ਇਹ ਉਹ ਵਾਲੇ ਐਸਟਸ ਨੇ ਜਿਨ੍ਹਾਂ ਨੂੰ ਅਸੀਂ ਦੇਖ ਵੀ ਸਕਦੇ ਹਾਂ, ਟੱਚ ਵੀ ਕਰ ਸਕਦੇ ਹਾਂ, ਯਾਨੀ ਕਿ ਇਹਨਾਂ ਦੀ ਫਿਜ਼ੀਕਲ ਐਗਜ਼ਿਸਟੈਂਸ ਹੁੰਦੀ ਹੈ। ਹੁਣ ਫਿਕਸ ਐਸਟ ਦੇ ਵਿੱਚ ਸੈਕਿੰਡ ਟਾਈਪ ਹੈ ਸਾਡੇ ਕੋਲ ਇਨਟੈਂਜੀਬਲ ਐਸਟਸ। ਡੀਅਰ ਸਟੂਡੈਂਟਸ, ਇਨਟੈਂਜੀਬਲ ਐਸਟਸ ਆਰ ਦੋਜ਼ ਐਸਟਸ ਵਿਚ ਡੂ ਨਾਟ ਹੈਵ ਏ ਫਿਜ਼ੀਕਲ ਐਗਜ਼ਿਸਟੈਂਸ, ਜਿਨ੍ਹਾਂ ਨੂੰ ਅਸੀਂ ਨਾ ਤਾਂ ਟੱਚ ਕਰ ਸਕਦੇ ਔਰ ਨਾ ਸੀਨ ਕਰ ਸਕਦੇ, ਔਰ ਨਾ ਹੀ ਉਹ ਸਾਨੂੰ ਦਿਖਾਈ ਦਿੰਦੇ ਹਨ। ਫਿਜ਼ੀਕਲ ਐਗਜ਼ਿਸਟੈਂਸ ਉਹਨਾਂ ਦੀ ਕੋਈ ਨਹੀਂ ਹੁੰਦੀ, ਬਟ ਯਾਦ ਰੱਖਣਾ ਉਹਨਾਂ ਦੀ ਮਾਰਕੀਟ ਵੈਲਿਊ ਜ਼ਰੂਰ ਹੁੰਦੀ ਹੈ। ਅਸੀਂ ਉਸ ਨੂੰ ਪੈਸੇ ਦੇ ਰੂਪ ਵਿੱਚ ਮਾਪ ਸਕਦੇ ਹਾਂ। ਲਾਈਕ ਗੁੱਡਵਿਲ, ਪੇਟੈਂਟਸ, ਕਾਪੀਰਾਈਟਸ, ਟ੍ਰੇਡਮਾਰਕਸ,
कंप्यूटर सॉफ्टवेयर एटसेट्रा आर दी एग्जाम्पल ऑफ इनटेंजिबल एसेट्स। अगे स्टूडेंट साडे कोल नंबर 2 ते आ जाता है करंट एसेट्स। करंट एसेट्स की होंदे हन? करंट एसेट्स आर दोज एसेट्स which are held by the business with the purpose of converting them into cash within 1 year। ਉਹ ਵਾਲੇ ਐਸਟ ਜਿਨ੍ਹਾਂ ਨੂੰ ਅਸੀਂ 1 ਸਾਲ ਦੇ ਅੰਦਰ ਅੰਦਰ ਜਾਂ ਅਸੀਂ ਕਹਿ ਲਈਏ ਕਿ 12 ਮਹੀਨੇ ਦੇ ਸਮੇਂ ਦੇ ਦੌਰਾਨ ਕੈਸ਼ ਦੇ ਵਿੱਚ ਕਨਵਰਟ ਕਰ ਸਕਦੇ ਹਾਂ, ਉਹਨਾਂ ਨੂੰ ਕਰੰਟ ਐਸਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸਟੂਡੈਂਟਸ ਕਰੰਟ ਐਸਟਸ ਦੇ ਹੋਰ ਵੀ ਨਾਮ ਹਨ। ਇਸ ਨੂੰ ਸ਼ਾਰਟ ਲਾਈਵਡ ਕਿਹਾ ਜਾਂਦਾ ਹੈ, ਇਸ ਨੂੰ ਐਕਟਿਵ ਐਸਟ ਵੀ ਕਿਹਾ ਜਾਂਦਾ ਹੈ, ਇਸ ਨੂੰ ਫਲੋਟਿੰਗ ਐਸਟ ਵੀ ਕਿਹਾ ਜਾਂਦਾ ਹੈ, ਇਸ ਨੂੰ ਸਰਕੂਲੇਟਿੰਗ ਐਸਟਸ ਵੀ ਕਿਹਾ ਜਾਂਦਾ ਹੈ। ਫਾਰ ਐਗਜ਼ਾਮਪਲ ਡੈਟਰਸ, ਸਟਾਕ, ਪ੍ਰੀਪੇਡ ਐਕਸਪੈਂਸਿਸ ਆਲ ਆਰ ਐਗਜ਼ਾਮਪਲਸ ਆਫ ਕਰੰਟ ਐਸਟਸ। ਤੁਹਾਡੇ ਕੋਲ ਪੁੱਛ ਲਿਆ ਜਾਏ ਕਿ ਦੱਸੋ ਕਰੰਟ ਐਸਟ ਦੇ ਹੋਰ ਕਿਹੜੇ ਕਿਹੜੇ ਨਾਮ ਹਨ, ਤਾਂ ਅਸੀਂ ਕਹਾਂਗੇ ਐਕਟਿਵ ਐਸਟਸ, ਫਲੋਟਿੰਗ ਐਸਟਸ, ਸ਼ਾਰਟ ਲਾਈਵਡ ਐਸਟਸ, ਸਰਕੂਲੇਟਿੰਗ ਐਸਟਸ ਆਰ ਦੀ ਅਦਰ ਨੇਮਸ ਆਫ ਕਰੰਟ ਐਸਟਸ। ਇਸ ਤੋਂ ਬਾਅਦ ਹੈ ਸਟੂਡੈਂਟ ਸਾਡੇ ਕੋਲ ਫਿਕਟੀਸੀਅਸ ਐਸਟ। ਇਹਦਾ ਕੀ ਨਾਮ ਹੈ? ਦੁਬਾਰਾ ਬੋਲਾਂਗੇ, ਫਿਕਟੀਸੀਅਸ ਐਸਟਸ। ਫਿਕਟੀਸੀਅਸ ਐਸਟ ਨੂੰ ਨੋਮੀਨਲ ਐਸਟ ਦੇ ਨਾਮ ਨਾਲ ਵੀ ਜਾਣਦੇ ਹਾਂ। These assets which cannot be realized in cash or no further benefit can be derived from these assets। Students ਅਸੀਂ ਇਹਨਾਂ ਨੂੰ ਕੈਸ਼ ਦੇ ਵਿੱਚ ਕਨਵਰਟ ਨਹੀਂ ਕਰ ਸਕਦੇ ਔਰ no further benefit can be derived from these assets। ਇਹਨਾਂ ਤੋਂ ਕੋਈ ਹੋਰ ਬੈਨੀਫਿਟ ਨਹੀਂ ਲਿਆ ਜਾ ਸਕਦਾ। Such assets are deferred revenue, expenditure, discount or loss on issue of debentures। These are the examples of fictitious assets। मैं उम्मीद करदा कि एसेट्स वाला टॉपिक आप नूं चंगी तरह नाल समझ आ गया होएगा। थैंक्स फॉर वाचिंग। जय हिंद।